बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और डेयरी फार्म पे मौजूद हैं। उनके ऑनर हमारे साथ है, उनसे आपकी मुलाकात करवाते हैं और उनसे पूछते हैं कि ये काम करते हुए उन्हें कितना अर्सा हो गया। अस्सलाम वालेकुम सर। वालेकुम सलाम। क्या हाल चाल है सर? ठीक, बहुत अल्लाह के एहसान है। अच्छा सर जी, सब तो पहले थे अपना नाम और अपने फार्म की लोकेशन दस। अब्दुल हमीद संधू, ठीक है, मुख्तुम रशीद, ठीक है, मौजा करियाला, ठीक है, खोबुडियाला। ठीक हो गया। अच्छा सर जी, ये डेयरी फार्मिंग का काम कर दे कितना अर्सा हो गया? सानू जरा तकरीबन जरा ना 13 चालू किया है। ठीक है ਐਵੇਂ ਸਮਝ ਹੁਣ ਅਸਾਂ ਪਹਿਲੋਂ ਜਿਹੜੀ ਜਾਨਵਰ ਰੱਖੇ ਨੇ जी जी ਉਹਨਾਂ ਦੀ ਬਰੀਡ ਜਿਹੜੀ ਉਹ ਸਾਡੀ ਘਰ ਦੀ ਤਿਆਰ ਹੋਈ ਹੈ। ਜਿਹੜੀ ਹੁਣ ਅਸਾਂ ਦੂਸਰੀਆਂ ਬੱਚੀਆਂ ਦੀ ਸ਼ੇਪ ਕੀਤੀ ਉਹਨੂੰ 1 ਸਾਲ ਹੋ ਗਿਆ। माशाल्लाह। ਅਸਾਂ ਉਹ 2 ਲੱਖ ਦੀਆਂ ਲਿਆਂਦੀਆਂ ਸੀ, जी जी ਉਹ ਬੱਚੀਆਂ ਤਿਆਰ ਕੀਤੀਆਂ ਨੇ। जी जी ਉਹ ਮਾਸ਼ਾਅੱਲਾ ਹੁਣ ਸੌਣ ਦਈਆਂ ਨੇ। ठीक है ਸਾਨੂੰ ਜਿਹੜੇ ਅਗਲੇ ਜਾਨਵਰ ਆ ਜਿਹੜੀਆਂ ਉਹ ਬੱਚੀਆਂ ਹੁਣ ਲਿਆਂਦੀਆਂ ਨੇ ਉਹਨਾਂ ਸਾਨੂੰ ਅਗਲੇ ਜਾਨਵਰਾਂ ਨੂੰ ਭੁਲਾ ਦਿੱਤਾ। माशाल्लाह ਵੀ जबरदस्त। ਤੁਸੀਂ ਇਸ ਪਾਸੇ ਆਓ, ਉਹ ਜਿਹੜਾ ਥੋੜੇ दूध ਵਾਲਿਆਂ ਨੂੰ ਕੰਮ ਕਰੋ ਤੇ ਬਹੁਤੇ दूध ਵਾਲੇ ਪਾਸੇ सर जी, ਅਸੀਂ ਤੁਹਾਡੀ ਇੱਕ ਵੀਡੀਓ ਪਹਿਲੇ ਵੀ ਬਣਾਈ ਸੀ, ਜੀ। ਉਦੋਂ ਤੁਹਾਡੇ ਕੋਲ ਬੱਚੀਆਂ ਜਿਹੜੀਆਂ ਸਨ 6-6 ਮਹੀਨੇ ਦੀਆਂ ਤੁਸੀਂ ਜੀ 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 ਉਹ ਅਸਾਂ 2 ਲੱਖ ਦੀ ਲਿਆਏ ਸਾਂ। ਜੀ ਜੀ ਹੁਣ ਸਾਨੂੰ ਉਹ ਐਵੇਂ ਸਮੇਂ ਤਿਆਰ ਹੋਈਆਂ ਨੇ। ਜੀ ਉਦੋਂ 2 ਲੱਖ ਦੇ ਬਤਾ ਸਾਰਾ ਜੋ 1 ਲੱਖ 25 30 ਜਾਂ 1.5 ਲੱਖ ਖਰਚਾ ਹੋ ਗਿਆ। ਜੀ। ਅਸਾਂ ਐਗਰੀ ਹਾਂ ਵੀ ਸਾਨੂੰ ਹੁਣ 6 ਲੱਖ ਦੀ ਬੱਚੀ ਜਿਹੜੀ ਹੈ ਤਿਆਰ ਕਰ ਲਈ। ਮਾਸ਼ਾਅੱਲਾ ਜ਼ਬਰਦਸਤ ਸਾਨੂੰ ਇਹਦੇ ਚ ਬਹੁਤ ਅੱਛਾ ਰਿਜ਼ਲਟ ਆਇਆ। ਜ਼ਬਰਦਸਤ। ਯਾਨੀ ਕਿ ਉਹ ਤੁਸੀਂ ਜਿਹੜੀਆਂ ਬੱਚੀਆਂ ਰੱਖੀਆਂ ਜੀ ਉਹਦੇ ਤੇ ਇੱਕ ਬੱਚੀ ਤੇ ਮੈਕਸਿਮਮ ਕਿੰਨਾ ਖਰਚਾ ਹੋਇਆ? 1.5 ਲੱਖ ਰੁਪਇਆ। 1.5 ਲੱਖ ਰੁਪਏ ਇੱਕ ਬੱਚੀ ਤੇ। ਹਾਂ ਜੀ, ਇੱਕ ਬੱਚੀ ਠੀਕ ਹੋ ਗਿਆ। ਤੇ ਨਾਲ ਤੁਹਾਨੂੰ ਪਲੱਸ ਬੱਚਾ ਵੀ ਮਿਲ ਹਾਂ, ਬੱਚਾ ਹੁਣ ਮਾਸ਼ਾਅੱਲਾ ਸੈਕਸ ਦਾ ਆ ਗਿਆ। ਅੱਛਾ ਮਾਂ ਵੀ ਸੈਕਸ ਦੀ, ਬੱਚਾ ਵੀ ਸੈਕਸ ਦਾ। ਜ਼ਬਰਦਸਤ। ਤੇ ਸਰ ਹੁਣ ਜਦੋਂ ਮਤਲਬ ਪਹਿਲਾ ਸੂਆ ਉਹਨਾਂ ਦਾ ਹੈ, ਬੱਚਾ ਹਾਂਜੀ ਦੇਤਾ, ਹਾਂਜੀ। ਤੇ ਉਹ ਮੈਕਸਿਮਮ ਕਿੰਨਾ ਕੁ ਦੁੱਧ ਤੁਹਾਨੂੰ ਇਸ ਟਾਈਮ ਇਸ ਟਾਈਮ ਉਹ 20 ਲੀਟਰ ਦੇਣ ਦੇ ਹਨ। 20 ਲੀਟਰ। 20 ਲੀਟਰ। ਤੇ ਕੀ ਤੁਹਾਡੀ ਹੈਗੀ ਹੈ ਕਿ ਬਈ ਕਿੱਥੇ ਤੱਕ ਉਹ ਇਹ ਇਨਸ਼ਾਅੱਲਾ ਤਾਲਾ ਜਿਹੜਾ ਨਾ ਜਿਵੇਂ ਜਿਹਨੂੰ ਚਾਰਾ ਲਾਵਾਂਗੇ ਉਵੇਂ ਸਮਝ ਸਾਡਾ ਇਹ 25 ਤੋਂ 26 ਲੀਟਰ ਤੋੜੀ ਜਾਣਗੇ। ਮਾਸ਼ਾਅੱਲਾ ਜ਼ਬਰਦਸਤ। ਸਰ ਜਿਹੜਾ ਮੌਕਾ ਇਸ ਟਾਈਮ ਜਾ ਰਿਹਾ ਪਾਕਿਸਤਾਨ ਦੇ ਵਿੱਚ, ਜਿਹੜਾ ਜੀ। ਟਾਈਮ ਜਾ ਰਿਹਾ ਜੀ ਇਸ ਟਾਈਮ ਦੇ ਵਿੱਚ, ਤੁਸੀਂ ਕੀ ਸਮਝਦੇ ਹੋ ਕਿ ਮੈਕਸਿਮਮ ਇੱਕ ਗਾਂ ਕੋਲੋਂ ਦੁੱਧ ਕਿੰਨਾ ਪਰ ਡੇ ਲੈਣਾ ਚਾਹੀਦਾ ਤੇ ਇਸ ਵਕਤ ਜਿਹੜੀ ਹੁਣ ਗਾਂ 30 ਲੀਟਰ ਦੁੱਧ ਨਹੀਂ ਦਿੰਦੀ, ਉਹ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ। ਨੁਕਸਾਨ ਪਹੁੰਚਾਉਂਦੇ? ਹਾਂ, ਜਿਹੜੀ ਅੱਗੇ 15 16 ਦਿੰਦੀ ਸੀ ਉਹ ਤਾਂ ਸਾਡੇ ਹੱਥੋਂ ਜਾਣਦੇ ਨੇ, ਸਾਨੂੰ ਇਸ ਚੀਜ਼ ਦਾ ਇਲਮ ਨਹੀਂ ਸੀ। ਹਾਂਜੀ ਇਹ ਅਸਾਂ ਬੱਚੀਆਂ ਰੱਖੀਆਂ, ਸਾਨੂੰ ਇਸ ਚੀਜ਼ ਦੇ ਇਲਮ ਬਾਰੇ ਆ ਗਿਆ ਵੀ ਯਾਰ ਜਾਨਵਰ ਅੱਛਾ ਰੱਖੋ, ਜ਼ਬਰਦਸਤ। दूध अच्छा लोगे है। पैसे अच्छे बनते। जी 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 ਹੁਣ 10 ਕਿਲੋ दोगे 10 ਦੇ ਬਣਦੇ, ਜੇ 20 ਕਿਲੋ ਲੋਗੇ ਤੇ 20 ਦੀ ਆਮਦਨ ਆਉਣੀ ਹੈ। ਗਾਏ ਉਹ ਹੋਣੀ ਹੈ, ਖਰਚਾ ਉਹ ਹੋਣਾ। ਬਿਲਕੁਲ। ਲੇਕਿਨ ਸਾਨੂੰ 10 ਕਿਲੋ ਜਾਂ 14 ਕਿਲੋ ਚ ਰੁਪਈਆ ਨਹੀਂ ਨਹੀਂ ਆਮਦਨ ਆ। ਬਚਣਾ। ਬਿਲਕੁਲ ਸਰ, ਤੁਹਾਡੀ ਜਿਹੜੀ ਪਿਛਲੀ ਵੀਡੀਓ ਲਾਈ ਸੀ ਨਾ, ਉਹਦੇ ਵਿੱਚ ਲੋਕ ਸਾਨੂੰ ਬਾਰ-ਬਾਰ ਇਹੀ ਸਵਾਲ ਕਰ ਰਹੇ ਸੀ ਕਿ ਜਨਾਬ ਕੋਲੋਂ ਇਹ ਪੁੱਛੋ ਕਿ ਵੱਛੀਆਂ ਤਿਆਰ ਕਰਨ ਚ ਫਾਇਦਾ ਹੈ ਜਾਂ ਤਿਆਰ ਗਾਈਆਂ ਲੈਣ ਚ ਫਾਇਦਾ? ਇਹਦੇ ਚ ਇਹ ਆ ਵੀ ਜਿਹੜੀਆਂ ਤੁਸੀਂ ਬੱਚੀਆਂ ਘਰ ਤਿਆਰ ਕਰੋਗੇ, ਆਪਣੇ ਸਿਮਨ ਮਰਜ਼ੀ ਤੇ ਰਖਾਓਗੇ, ਤੁਹਾਡੀ ਨਸਲ ਦਾ ਪਤਾ ਹੋਵੇ ਦੀ ਮਾਂ ਨੇ 30 ਕਿਲੋ दूध ਦਿੱਤਾ ਹੈ, ਇਹ ਮੈਂ ਸਮਝ ਅੱਛੇ ਫਾਰ। ਹੁਣ ਜਿਵੇਂ ਸਾਡੇ ਕੋਲੇ ਤੁਸੀਂ ਬੱਚੀ ਸੇਲ ਕਰ, ਸਾਨੂੰ ਪਤਾ ਵੀ ਆਹ ਬੱਚੀ ਜਿਹੜੀ ਆ ਇਹਦੀ ਮਾਂ 30 ਕਿਲੋ ਦੇ ਰਹੀ ਆ। ਜੀ ਜੀ ਜਿਹੜੀ ਅਸਾਂ ਬਾਹਰੋਂ ਲਿਆਵਾਂਗੇ ਉਹ 15 ਕਿਲੋ ਵਾਲੀ ਵੀ ਹੋਊ, ਉੱਤੇ ਸੈਕਸ ਠੀਕ ਆਊ, ਲੇਕਿਨ ਰਿਜ਼ਲਟ ਨਾ ਆਊ। ਰਿਜ਼ਲਟ ਨਹੀਂ ਆਏਗਾ। ਤੇ ਸਰ ਇਹ ਪੈਗੀ ਵੀ ਤੁਹਾਨੂੰ ਸਸਤੀ, ਤਿਆਰ ਵੀ ਸਸਤੀ ਹੋਏਗੀ? ਹਾਂਜੀ, ਇਹਦੇ ਚ ਅਸਾਂ ਮੁਤਮੈਨ ਆ ਵੀ ਸਾਨੂੰ ਬੱਚੀਆਂ ਲੈਣ ਚ ਫਾਇਦਾ। ਵੱਛੀਆਂ ਲੈਣ ਚ ਫਾਇਦਾ। ਹਾਂਜੀ ਠੀਕ ਹੋ ਗਿਆ। ਤੇ ਸਰ ਜਿਹੜਾ ਬਰੀਡ ਤੁਸੀਂ ਲਈ ਹੈ ਨਾ, ਜਿਹੜਾ ਸੀਮਨ ਰਖਵਾਇਆ ਜੀ, ਉਹ ਮੈਕਸਿਮਮ ਇੱਕ ਗਾਂ ਚ ਕਿੰਨੇ ਦਾ ਰਖਵਾਇਆ? ਕਿਹੜੀ 10,000 ਦਾ। ਕਿਹੜੀ ਕੰਪਨੀ? ਇਹ ਐਂਗਰੋ ਵਾਲਿਆਂ ਦੀ। ਐਂਗਰੋ ਹਾਂ, ਐਂਗਰੋ ਵਾਲਿਆਂ ਦੀ। ਠੀਕ ਹੋ ਗਿਆ। ਅੱਛਾ ਸਰ, ਹੁਣ ਜਿਹੜੇ ਨਏ ਲੋਕ ਨੇ ਹਾਂਜੀ ਉਹ ਇਸ ਕੰਮ ਦੇ ਵਿੱਚ ਆਣਾ ਚਾਹ ਰਹੇ ਨੇ, ਜੀ ਤੇ ਉਹਨਾਂ ਨੂੰ ਹੁਣ ਮਤਲਬ ਅਗਰ ਸ਼ੈੱਡ ਜਿਵੇਂ ਤੁਸੀਂ ਆਪਣਾ ਤਿਆਰ ਕੀਤਾ ਜੀ ਹੈ, ਜੀ। ਐਵੇਂ ਦਾ ਸ਼ੈੱਡ ਤਿਆਰ ਹੋਣ ਚ ਮੈਕਸਿਮਮ ਕਿੰਨਾ ਖਰਚਾ ਹੈਗਾ? ਹੁਣ ਉਹ ਹੁਣ ਦੇ ਰੂਟੀਨ ਦੇ ਮੁਤਾਬਕ 50 ਲੱਖ ਰੁਪਇਆ ਖਰਚਾ ਆਊ। ਠੀਕ ਹੈ। ਉਹ ਕਿੰਨੇ ਬਾਈ ਕਿੰਨੇ ਦਾ ਸ਼ੈੱਡ ਹੁੰਦਾ? ਉਹ ਤਕਰੀਬਨ ਜਾਨਵਰ ਜਿਹੜੇ ਉਹਦੇ ਚ 150 ਜਾਨਵਰ ਜਿਹੜਾ ਨਾ 150 ਜਾਨਵਰ ਮਾਰ ਜਾਂਦਾ। ਠੀਕ ਹੋ ਗਿਆ। ਹਾਂ, ਤੇ ਸਰ ਅਗਰ ਕੋਈ ਨਾਰਮਲ ਅਸੀਂ ਗੱਲ ਕਰ ਲਈਏ, ਤੁਸੀਂ ਨਾਰਮਲ 50 ਕਰੋਗੇ ਜਾਨਵਰਾਂ ਦਾ ਅਗਰ ਅਸੀਂ ਗੱਲ ਤੇ ਕਰੀਏ, ਫਿਰ ਉਹ ਤਕਰੀਬਨ ਬਣ ਜੋ 10 ਤੋਂ 12 ਲੱਖ ਦਾ ਬਣ ਜੇ। 10 ਤੋਂ 12 ਲੱਖ ਦਾ ਇੰਨੇ ਕੁ ਦਾ ਹੋ ਜਾਂਦਾ? ਹੋ ਜਾਂਦਾ। ਠੀਕ ਹੋ ਗਿਆ। ਤੇ ਸਰ ਹੁਣ 50 ਜਾਨਵਰ ਲਈ ਜਗ੍ਹਾ ਕਿੰਨੀ ਚਾਹੀਦੀ ਹੈ? ਜਗ੍ਹਾ ਤਕਰੀਬਨ ਉਹਦੇ ਤੋਂ ਘੱਟ से ਘੱਟ ਦਾ 2 ਕਨਾਲਾਂ 40 ਮਰਲੇ ਹੋਣੇ ਚਾਹੀਦੇ। 40 ਮਰਲੇ। ਹਾਂ, ਠੀਕ ਹੋ ਗਿਆ। ਅੱਛਾ ਸਰ, ਹੁਣ ਇੱਕ ਗਾਂ ਕੋਲੋਂ ਪਰ ਡੇ ਖਰਚਾ ਕਿੰਨਾ ਕਰ ਰਹੇ ਹੋ ਜਿਹੜੀਆਂ ਤੁਹਾਡੀਆਂ ਨਵੀਆਂ ਤਿਆਰ ਹੋਈਆਂ? ਇਹ ਨਵੀਆਂ ਤਿਆਰ ਹੋਈਆਂ, ਇਹ ਸਾਨੂੰ ਐਵੇਂ ਸਮਝ ਵੀ 1000 ਖਰਚਾ ਕਰੀਏ ਨਾ, ਜੀ ਜੀ, ਇਹ ਸਾਨੂੰ 2000 ਇਜ਼ਾਫੀ ਦਿਹਾੜੀ ਬਚਾ ਰਹੀ ਹੈ। ਜ਼ਬਰਦਸਤ। ਤੇ 1000 ਜਿਹੜਾ ਖਰਚਾ ਕਰ ਰਹੇ ਹੋ ਕੀ ਚੀਜ਼ ਪਾ ਰਹੇ ਹੋ ਵਿੱਚ? ਇਹਨੂੰ DCP, ਠੀਕ ਹੈ, ਮਿਨੀਅਰ, ਠੀਕ ਹੈ, ਮੰਡਾ, ਸਹੀ ਹੈ, ਨਾਲ ਮੱਕੀ ਦਾ ਆਟਾ ਵੀ ਇਸਤੇਮਾਲ ਕਰਦੇ ਆ। ਅੱਛਾ। ਜਿੰਨਾ ਜਾਨਵਰ ਨੂੰ ਖੁਰਾਕ ਦੇਵੋਗੇ ਉਹਨਾਂ ਦੁੱਧ ਤੇਜ਼ ਆਊ। ਠੀਕ ਹੈ। ਔਰ ਸਾਈਲੇਜ? ਸੈਲੇਜ ਵੀ ਜਿਹੜਾ ਸਾਈਲੇਜ ਇੱਕ ਦਿਨ ਚ ਜਾਨਵਰ ਕਿੰਨਾ ਖਾ ਜਾਂਦਾ? ਤਕਰੀਬਨ 20 ਕਿਲੋ ਇੱਕ ਟਾਈਮ ਦਾ ਖਾਂਦਾ। ਮਣ ਸੈਲੇਜ ਖਾਂਦਾ ਪੂਰੇ ਦਿਨ ਚ ਇੱਕ ਮਣ? ਹਾਂ, ਇੱਕ ਮਣ ਖਾਊ 8 ਕਿਲੋ ਨੂੰ ਦਾਣਾ ਲੱਭੋ। ਠੀਕ ਹੈ। ਔਰ ਵੰਡਾ ਕਿੰਨਾ ਖਾਂਦਾ? ਮੰਡਾ ਤਕਰੀਬਨ 4 ਕਿਲੋ ਪੂਰੇ ਦਿਨ ਚ? ਹਾਂਜੀ, ਪੂਰੇ ਦਿਨ ਚ। ਠੀਕ ਹੋ ਗਿਆ, ਜ਼ਬਰਦਸਤ।
ਅੱਛਾ ਸਰ, ਹੁਣ ਅਸੀਂ ਕੁੱਲ ਮਿਲਾ ਕੇ ਜੀ ਇਹ ਪੁੱਛੀਏ ਕਿ ਡੇਅਰੀ ਫਾਰਮਿੰਗ ਦੇ ਵਿੱਚ ਅਗਰ ਕੋਈ ਬੰਦਾ ਆ ਰਿਹਾ ਹਾਂਜੀ ਤੇ ਇਹਦਾ ਸਕੋਪ ਕੀ ਹੈ, ਇਹਦੇ ਪ੍ਰੋਬਲਮਾਂ ਕੀ ਨੇ ਕਿ ਜਿਹੜੀਆਂ ਇੱਕ ਆਮ ਬੰਦੇ ਨੂੰ ਫੇਸ ਕਰਨੀਆਂ ਪੈਂਦੀਆਂ? ਫੇਸ ਇਹ ਕਰਨੀਆਂ ਹੈ ਵੀ ਜਾਨਵਰ ਜਦੋਂ ਤੁਸੀਂ ਲਓਗੇ ਅੱਛਾ ਲਓਗੇ, ਬੰਦੇ ਅੱਛੇ ਕੋਲ ਪਾਓਗੇ, ਉਹਦੇ ਚ ਮਿਲ ਕੇ ਉਹਦੇ ਚ ਤੁਹਾਨੂੰ ਇਹ ਹੋਣਾ ਚਾਹੀਦਾ ਵੀ ਜਾਨਵਰ ਨਸਲੀ ਲਓ। ਠੀਕ ਹੈ, ਜੇ ਬੇਨਸਲਾ ਲਾਓਗੇ ਉਹਦੇ ਤੁਸੀਂ ਅਗਾਹ ਨਾ ਜਾਓਗੇ, ਪਿਛਾਂ ਨੂੰ ਆਓਗੇ। ਸਹੀ ਤੇ ਹੈ। ਜਿਵੇਂ ਹੁਣ ਸਾਡੇ ਕੋਲ 100 ਜਾਨਵਰ ਹੈ, ਸਾਡਾ ਦਿਲ ਕਰਦਾ 50 ਜਾਨਵਰ ਬਚ ਜਾਣ ਵੀ ਉਹ 50 ਦਾ ਦੁੱਧ ਚੋਣਾ ਵੀ ਸੌਖਾ, ਉਹਨਾਂ ਦੀ ਐਵਰੇਜ ਉਹਨਾਂ ਦੀ ਸੰਭਾਲ ਵੀ ਸੌਖੀ। 100 ਨੂੰ ਸੰਭਾਲਣਾ ਬਹੁਤ ਔਖਾ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਡੇਅਰੀ ਫਾਰਮਿੰਗ ਸਭ ਤੋਂ ਜ਼ਿਆਦਾ ਬਰੀਡ ਤੇ ਫੋਕਸ ਹੈ। ਹਾਂਜੀ, ਜੇ ਬਰੀਡ ਚੰਗਾ ਤਾਂ दूध अच्छा। ਠੀਕ ਹੋ ਗਿਆ। ਜੇ ਬਰੀਡ ਅੱਛਾ ਨਾ ਹੋ ਤਾਂ दूध ਕਿੱਥੋਂ ਅੱਛਾ ਹੋ? ਬਿਲਕੁਲ ਐਵੇਂ ਹੀ ਹੈ। ਅਸਾਂ 2000 ਦਾ ਟੀਕਾ ਲਾਵਾਂਗੇ, ਉਹਨੇ 2000 ਵਾਲੀ ਦਾ ਦੁੱਧ ਦੇਣਾ। ਜੇ 10000 ਵਾਲਾ ਟੀਕਾ ਉਹਨੇ ਰਿਜ਼ਲਟ ਤਾਂ ਵਿਖਾਉਣਾ ਹੀ ਵਿਖਾਉਣਾ। ਬਿਲਕੁਲ ਬਿਲਕੁਲ। ਹੁਣ ਮੈਂ ਜੋ ਬੱਚੀਆਂ 2 ਲੱਖ ਦੀਆਂ ਲਿਆ, ਮੈਨੂੰ ਉਹ 2 ਲੱਖ ਨਹੀਂ ਦੁਖਦਾ। ਅੱਜ ਮੈਂ ਉਹ ਤਿਆਗ ਰਹੀ ਹਾਂ ਵੀ ਮੈਂ ਖੁਸ਼ ਹਾਂ ਤੇ ਵੀ ਮੈਂ ਅਗਲੇ ਸਾਲ ਇਹ ਬੱਚੀਆਂ ਸਾਰੀਆਂ ਇਹ ਕੋਈ ਸਿਮਨ ਵਾਲੀ ਸੈਕਸੀ ਹਾਂ ਤਿਆਰ ਕਰਾਂ। ਠੀਕ ਹੋ ਗਿਆ। ਅੱਛਾ ਸਰ ਜੀ, ਸੈਲੀ ਜਿਹੜਾ ਬਣਾ ਰਹੇ ਹੋ ਜੀ ਉਹ ਖੁਦ ਬਣਾ ਰਹੇ ਹੋ ਜਾਂ ਪਰਚੇਜ਼ ਕਰ? ਨਹੀਂ, ਖੁਦ ਆਪ ਬਣਾ ਰਹੇ ਹਾਂ। ਅੱਛਾ, ਹਾਂ। ਉਹ ਮੈਕਸਿਮਮ ਕਿੰਨੇ ਰੁਪਏ ਮਨ ਪੈ ਰਿਹਾ? ਉਹ ਤਕਰੀਬਨ ਜਿਹੜਾ ਹੁਣ ਜਿਹੜਾ ਸਾਨੂੰ ਮੌਕੇ ਤੇ ਜਿਹੜਾ ਪੈਣ ਦਿਆ ਉਹ ਐਵੇਂ ਸਮਝ 300 ਰੁਪਏ ਮਣ ਪੈਣ ਦਿਆ। 300 ਜੇ ਅਸਾਂ ਮੁੱਲ ਲਵਾਂਗੇ ਉਹ ਸਾਨੂੰ 500 ਰੁਪਏ ਮਣ ਲੱਭੂ। ਸਹੀ ਹੋ ਗਿਆ। ਤੇ ਸਰ ਜਿਹੜਾ ਵੰਡਾ ਹੈ ਉਹ ਤੁਸੀਂ ਬਾਹਰੋਂ ਲੈ ਰਹੇ ਹੋ? ਹਾਂ, ਬਾਹਰੋਂ ਲੈ ਰਹੇ। ਉਹ ਵੀ ਪਰਚੇਜ਼ ਕਰਦੇ? ਹਾਂਜੀ, ਉਹ ਵੀ ਬਾਹਰੋਂ। ਉਹ ਮੈਕਸਿਮਮ ਕਿੰਨੇ ਰੁਪਏ ਮਨ? ਉਹ ਤਕਰੀਬਨ 3500 ਦਾ ਸਾਨੂੰ ਗੱਟੂ ਦੇ ਰਿਹਾ। ਪਹਿਲੋਂ ਘੱਟ ਸੀ, ਹੁਣ ਮੱਕੀ ਵਧਣ ਨਾਲ ਸਾਨੂੰ ਵੰਡਾ ਵੀ ਤੇ ਸਾਫ਼ ਜਾ ਰਿਹਾ, ਵੱਧ ਹੀ ਉਹਨਾਂ ਦੇ ਦੇਣਾ। ਬਿਲਕੁਲ, ਉਹਨਾਂ ਥੱਲੇ ਤੇ ਨਹੀਂ ਦੇਣਾ। ਜੀ ਜੀ ਜੀ। ਅੱਛਾ ਸਰ, ਹੁਣ ਇਹ ਦੱਸੋ ਕਿ 10 ਗਾਈਆਂ ਤੋਂ ਕੋਈ ਭਾਈ ਕੰਮ ਸਟਾਰਟ ਕਰਦਾ ਹੈ, ਜੀ ਠੀਕ ਹੈ, ਤੇ ਉਹਨਾਂ ਨੂੰ ਆਪਣੀ ਤਰਫੋਂ ਅਗਰ ਕੋਈ ਮਸ਼ਵਰਾ ਦੇਣਾ ਚਾਹੋ ਜੀ ਕਿ ਬਈ ਤਿਆਰ ਵੱਛੀਆਂ ਰੱਖ ਕੇ ਐਵੇਂ ਉਹਨਾਂ ਤੇ ਸੀਮਨ ਰਖਵਾਉਣ ਐਵੇਂ ਤੇ ਮੈਕਸਿਮਮ ਕਿੰਨਾ ਖਰਚਾ ਉਹਨਾਂ ਕੋਲ ਬਈ ਹੋਣੀ ਚਾਹੀਦੀ ਇਨਵੈਸਟਮੈਂਟ? ਇਹ ਅੱਜ ਉਹ 10 ਲੱਖ ਦੀਆਂ ਜਾਂ 20 ਦੀਆਂ ਬੱਚੀਆਂ ਲੈਣ ਤੇ 10 ਲੱਖ ਉਹਨਾਂ ਦੇ ਕੋਲ ਹੋਣਾ ਚਾਹੀਦਾ। ਮਜ਼ੀਦ ਸਟੋਰ ਹੋਣਾ ਚਾਹੀਦਾ, ਸਟੋਰ ਇੱਕ ਸਾਈਡ ਤੇ ਪਿਆ ਹੋਵੇ, ਉਹਨਾਂ ਨੂੰ ਪਰੇਸ਼ਾਨੀ ਨਾ ਬਣੇ। ਠੀਕ ਹੋ ਗਿਆ। ਕਿਉਂ ਜਦੋਂ ਦੁੱਧ ਦੇਣ ਲੱਗ ਪੈਣਗੇ ਉਦੋਂ ਪੈਸਾ ਉਹਨਾਂ ਦੇ ਘਰ ਆਉਣ ਜਾਣ ਲੱਗ ਪਊ। ਠੀਕ ਹੋ ਗਿਆ। ਪਹਿਲੋਂ ਉਹਨਾਂ ਘਰੋਂ ਖਰਚਾ ਕਰਨਾ, ਬਾਅਦ ਚ ਉਹਨਾਂ ਇਕੱਠੇ ਕਰਨੇ ਨੇ। ਸਹੀ ਹੋ ਗਿਆ। ਯਾਨੀ ਕਿ 20 ਲੱਖ ਦੀਆਂ ਅਗਰ ਬੱਚੀਆਂ ਹਾਂਜੀ ਤੇ 10 ਲੱਖ ਉਹਨਾਂ ਕੋਲ ਬੈਕਅਪ ਤੇ ਹੋਣਾ ਚਾਹੀਦਾ। ਠੀਕ ਹੈ। ਫਿਰ ਜਦੋਂ ਉਹਦੀਆਂ ਦੁੱਧ ਵਾਲੀਆਂ ਬੱਚੀਆਂ ਬਣ ਗਈਆਂ ਫਿਰ ਉਹਨਾਂ ਦੇ ਘਰ ਪੈਸਾ ਬਾਉਂਡ ਆਉਣਾ। ਇਹਦੇ ਵਿੱਚ ਸਾਈਲੇਜ ਤੇ ਵੰਡਾ ਵੀ ਆ ਜਾਏਗਾ ਵਿੱਚ? ਹਾਂਜੀ ਹਾਂਜੀ। ਯਾਨੀ ਕਿ 30 ਲੱਖ ਦੇ ਵਿੱਚ ਇੱਕ ਇਹ ਸਾਰਾ ਸਟੈਪ ਚਾਲੂ ਹੋ ਜਾਣੇ ਵੀ 10 ਵਜੇ ਜੋ ਹੁਣ 50 ਲੈਣਗੇ ਉਹਨਾਂ ਦੀ ਕੀਮਤ ਵੀ ਤੇ ਫਿਰ ਓਨੀ ਵੱਧ ਜਾਣੀ ਆ। ਉਹਨਾਂ ਫਿਰ ਖਰਚਾ ਵੀ ਉਹਨਾਂ ਦਾ ਓਨਾ। ਠੀਕ ਹੈ, ਬਿਲਕੁਲ। ਤੇ ਜੇ ਉਹਨਾਂ ਨੂੰ ਆਪਣੀ ਰਕਬਾਉ ਤੇ ਉਹਨਾਂ ਨੂੰ ਖਰਚਾ ਘੱਟ ਪੈ ਜੂ। ਬਿਲਕੁਲ ਬਿਲਕੁਲ। ਉਹ 50,000 ਕਿੱਲੇ ਤੇ ਖਰਚਾ ਕਰ ਲੈਣਗੇ ਤਾਂ ਬਾਕੀ ਉਹਨਾਂ ਦਾ ਸੈਲੇਜ ਸਾਰਾ ਮੁਫਤ ਬਣ ਜੂ। ਉਹ ਤਾਂ ਫਿਰ ਜਿੰਨੀ ਹਿਸਾਬ ਚਲਾਉਣਗੇ ਉਹਨਾਂ। ਅੱਛਾ ਸਰ, ਹੁਣ ਲਾਸਟ ਤੇ ਤੁਹਾਡੇ ਕੋਲ ਇੱਕ ਕੁਐਸਚਨ ਪੁੱਛ ਰਹੇ ਹਾਂ ਜੀ ਕਿ ਡੇਅਰੀ ਫਾਰਮਿੰਗ ਨੂੰ ਕਾਮਯਾਬ ਤੇ ਤੁਸੀਂ ਕਰ ਲਿਆ ਜੀ, ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਬਿਮਾਰੀਆਂ ਇਹ ਹੁੰਦੀਆਂ ਕਿਹੜੀ ਹੈ? ਮੌਸਮ ਦੇ ਹਿਸਾਬ ਉਹਦੇ ਮੌਸਮ ਦੇ ਲਿਹਾਜ਼ੇ ਆ ਵੀ ਪਹਿਲੋਂ ਤੇ ਉਹਨਾਂ ਨੂੰ ਜਿਹੜਾ ਨਾ ਵੈਕਸੀਨ ਕਰਾਓ, ਚੌੜੇ ਮਾਰ ਕਰਾਓ। ਠੀਕ ਹੈ। ਫਿਰ ਉਹਦੇ ਤੋਂ ਬਾਅਦ ਜਿਹੜਾ ਮੂੰਹ ਖੋਰ ਵਾਲੀ ਕਰਾਓ। ਠੀਕ ਹੈ। ਡਾਕਟਰ ਤਾਂ ਸਾਨੂੰ ਨਹੀਂ ਦੱਸਣਾ ਵੀ ਡਾਕਟਰ ਹੁਣ ਜਾਨਵਰ ਆਪਣਾ ਬਿਮਾਰ ਹੈ, ਮੈਨੂੰ ਆਪ ਨੂੰ ਚਾਹੀਦਾ ਨਾ ਵੀ ਯਾਰ ਹੁਣ ਆਸੇ ਪਾਸੇ ਆਇਆ ਤਾਂ ਮੈਂ ਇਹਨਾਂ ਨੂੰ ਮੂੰਹ ਖੋਰ ਦੀ ਜਲਦੀ ਵੈਕਸੀਨ ਕਰਾਵਾਂ। ਸਹੀ ਹੈ। ਹੁਣ ਡਾਕਟਰ ਨੇ ਤਾਂ ਨਹੀਂ ਆਖਣਾ ਵੀ ਉਹ ਤੇ ਆਖਦਾ ਵੀ ਯਾਰ ਤੂੰ ਆਪਣੇ ਮਾਲ ਦੀ ਆਪ ਕੇਅਰ ਕਰਨੀ ਆ, ਮੈਂ ਤਾਂ ਦੱਸ ਕੇ ਚਲ ਗਿਆ, ਬਾਕੀ ਤੇ ਤੇਰੀ ਆਪਣੀ ਹਿੰਮਤ ਆ। ਜੇ ਇਹਦੇ ਚ ਥੋੜਾ ਜਿਹਾ ਬੰਦਾ ਸਲੋ ਚੱਲਦਾ ਉਹ ਬੰਦਾ ਨਾਕਾਮ ਹੈ, ਜਿਹੜਾ ਬੰਦਾ ਜ਼ਰਾ ਰਫਤਾਰ ਨਾਲ ਸਹੀ ਤਰੀਕੇ ਚੱਲਦਾ ਉਹ ਬੰਦਾ ਕਾਮਯਾਬ ਹੈ। ਠੀਕ ਹੋ ਗਿਆ। ਅੱਛਾ ਸਰ, ਜਿਹੜੇ ਹੁਣ ਸਾਡੇ ਵੀਵਰਸ ਦੇਖ ਰਹੇ ਨੇ ਜੀ, ਇਹ ਅਗਰ ਕੋਈ ਬੱਚੀਆਂ ਐਵੇਂ ਦੀਆਂ ਪਰਚੇਜ਼ ਕਰਨੀਆਂ ਜਾਵਣ ਜਿਹੜੀਆਂ ਤੁਸੀਂ ਪਾਈਆਂ ਸਭ ਜੀ, ਉਹ ਅਗਰ ਪਰਚੇਜ਼ ਕਰਨੀਆਂ ਚਾਹਣ ਤੇ ਤੁਸੀਂ ਕੋਈ ਹੈਲਪ ਕਰ ਸਕਦੇ ਹੋ ਉਹਨਾਂ ਦੀ? ਉਹਨਾਂ ਨੂੰ ਬਿਲਕੁਲ ਅੱਛੀਆਂ ਮਿਲ ਸਰ ਆਪਣਾ ਇੱਕ ਵਾਰੀ ਨੰਬਰ ਵੀ ਉਹਨਾਂ ਨੂੰ ਕਾਈਂਡਲੀ ਦੱਸ ਦਿਓ। ਠੀਕ ਹੋ ਗਿਆ। 0302 ਠੀਕ ਹੋ ਗਿਆ। 96 30 272। ਆਪਣਾ ਜਗ੍ਹਾ ਦੀ ਲੋकेशन भी एक करी दस दो। मखदूम रशीद खूह बुढ़े वाला मौजा करियाला। ठीक हो गया सर, बहुत शुक्रिया जी। तो फ्रेंड्स ये थी आज की वीडियो, उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे, तब तक अपने दोस्त शेख अब्बास को दीजिए इजाजत। अल्लाह हाफिज।